ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ ਦੋ ਇਹੋ ਜਿਹੇ ਲੀਡਰ ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿੱਚ ਹੀ ਜਿਹੜਾ ਕੋਈ ਲੀਡਰ ਮੈਨੂੰ ਲੱਗਦਾ ਨਾ ਤਾਂ ਬੋਲਣ ਦੇ ਤੌਰ ਤੇ, ਨਾ ਇਮਾਨਦਾਰੀ ਦੇ ਤੌਰ ਤੇ, ਨਾ ਨਿਡਰਤਾ ਦੇ ਤੌਰ ਤੇ ਕੋਈ ਨਹੀਂ ਕਰ ਸਕਦਾ। ਤੇ ਉਹਨਾਂ ਦੋਨਾਂ ਬੰਦਿਆਂ ਨੂੰ ਹੀ ਕਾਂਗਰਸ ਨੇ ਖੁਦ ਹੀ ਜਿਹੜਾ ਇਸ ਜਿਮਨੀ ਚੋਣ ਤੋਂ ਬਾਹਰ ਕੀਤਾ ਹੋਇਆ। ਇਹ ਕਾਂਗਰਸ ਦੀ ਹਾਲਤ ਜਿਹੜੀ ਇੱਥੇ ਬਹੁਤ ਜ਼ਿਆਦਾ ਪਤਲੀ ਹੈਗੀ ਹੈ, ਕਿਉਂਕਿ ਇੱਕ ਪਾਸੇ ਤਾਂ ਲੀਡਰ ਜਿਹੜੇ ਆ ਜਿਮਨੀ ਚੋਣ ਦੇ ਵਿੱਚ ਹੀ ਛੱਡ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਈ ਜਾਂਦੇ, ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਉਮੀਦਵਾਰ ਵੀ ਹੈ ਉਹ ਵੀ ਜਿਹੜਾ ਕਾਂਗਰਸ ਦੇ ਵਿੱਚੋਂ ਹੁਣੇ ਜਿਹੜਾ ਉਹ ਨਵਾਂ ਹੀ ਗਿਆ। ਤੇ ਜਿਹੜੇ ਕਾਂਗਰਸ ਦੇ ਵਿੱਚ ਇੱਕ ਪਾਸੇ ਦਾ ਲੀਡਰ ਛੱਡ ਕੇ ਜਾ ਰਹੇ ਆ, ਦੂਜੇ ਪਾਸੇ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਬਣ ਨਹੀਂ ਰਹੀ। ਸੁਖਪਾਲ ਸਿੰਘ ਖਹਿਰਾ ਜਿਹੜੇ ਐਡੇ ਵਧੀਆ ਇਮਾਨਦਾਰੀ ਦੇ ਤੌਰ ਤੇ ਉਹ ਸਰਕਾਰ ਨੂੰ ਬੁਰੇ ਤਰੀਕੇ ਦੇ ਨਾਲ ਘੇਰਦੇ, ਔਰ ਸਰਕਾਰ ਜੇ ਇਸ ਵਕਤ ਸਭ ਤੋਂ ਵੱਧ ਲਾਟ ਮਾਰਦੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਤੋਂ ਮਾਰਦੀ ਹੈ, ਔਰ ਜਦੋਂ ਉਹ ਬੋਲਦੇ ਆ ਤਾਂ ਸਰਕਾਰ ਦੀ ਸਭ ਤੋਂ ਵੱਧ ਚੀਕ ਪੈਂਦੀ ਹੈ। ਤੇ ਉਸੇ ਬੰਦੇ ਨੂੰ ਹੀ ਤੁਸੀਂ ਜਿਹੜਾ ਉਹ ਦੂਰ ਕੀਤਾ ਹੋਇਆ ਹੈ। ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਜਿਹੜੇ ਚਾਰੇ ਜਣੇ ਇਸ ਚੋਣ ਨੂੰ ਜਿਹੜਾ ਰਨ ਕਰ ਰਹੇ ਆ, ਔਰ ਮੈਨੂੰ ਲੱਗਦਾ ਕਿ ਇਹਨਾਂ ਚਾਰਾਂ ਦੇ ਵਿੱਚੋਂ ਹੀ ਜੇ ਮੈਂ ਬੋਲਣ ਦੇ ਤੌਰ ਤੇ ਦੇਖਾਂ, ਜੇ ਮੈਂ ਇਮਾਨਦਾਰੀ ਦੇ ਤੌਰ ਤੇ ਦੇਖਾਂ, ਦੇਖੋ ਮੈਂ ਕਿਸੇ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਨੂੰ ਬੇਈਮਾਨ ਨਹੀਂ ਕਹਿ ਰਿਹਾ, ਪਰ ਇਹਨਾਂ ਚਾਰਾਂ ਦੇ ਵਿੱਚੋਂ ਹੀ ਜੇ ਮੈਂ ਗੱਲ ਕਰਾਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਇਮਾਨਦਾਰੀ ਦੇ ਤੌਰ ਤੇ, ਬੋਲਣ ਦੇ ਤੌਰ ਤੇ ਜਾਂ ਹੋਰ ਤਰੀਕਿਆਂ ਦੇ ਤੌਰ ਤੇ ਜਿਹੜਾ ਉਹ ਟੱਕਰ ਦੇ ਸਕੇ। ਤੁਹਾਡੇ ਹਾਲਾਤ ਜਿਹੜੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹੋਣ, ਤੁਹਾਡੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਹੋਣ, ਤੇ ਨਾਲ ਹੀ ਨਾਲ ਜੇ ਕਹੀਏ ਕਿ ਇਹ ਚੋਣ ਵੀ ਜਿਹੜੀ ਹੈ ਉਹ ਮੁੱਛ ਦਾ ਸਵਾਲ ਬਣੀ ਹੋਵੇ, ਸਾਖ ਜਿਹੜੀ ਉਹ ਦਾਅ 'ਤੇ ਲੱਗੀ ਹੋਵੇ, ਉਦੋਂ ਤੁਸੀਂ ਆਪਣੇ ਅਹਿਮ ਲੀਡਰਾਂ ਨੂੰ ਜਿਹੜਾ ਇਸ ਜਿਮਨੀ ਚੋਣ ਤੋਂ ਬਾਹਰ ਕਰਕੇ ਰੱਖੋ, ਇਹ ਮੈਨੂੰ ਲੱਗਦਾ ਕਿ ਸਮਝ ਤੋਂ ਪਰੇ ਹੈ। ਹੁਣ ਇੱਕ ਪਾਸੇ ਤਾਂ ਰਾਜਾ ਵੜਿੰਗ ਜੀ ਇਹ ਗੱਲ ਕਹਿੰਦੇ ਆ ਕਿ ਮੈਂ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਨਾਲ ਲੈ ਕੇ ਚੱਲਣਾ, ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰਾਂ ਨੂੰ ਜਿਹੜਾ ਪਾਸੇ ਕਰੀ ਫਿਰਦੇ ਆ। ਜੇ ਮੈਂ ਗੱਲ ਕਰਾਂ ਰਾਜਾ ਵੜਿੰਗ ਹੋਰਾਂ ਦੀ, ਜਿਹੜਾ ਇੱਥੇ ਉਦਣ ਧਰਨਾ ਜਿਹੜਾ ਲਾਇਆ ਸੀਗਾ ਇੱਥੇ ਪਟਿਆਲੇ ਦੇ ਵਿੱਚ, ਰੋਸ ਰੈਲੀ ਸੀਗੀ ਜਿਹੜੀ ਉਹ ਜੇ ਇੱਥੇ ਜਿਹੜੀ ਕੀਤੀ ਗਈ ਸੀਗੀ, ਉੱਥੇ ਰਾਜਾ ਵੜਿੰਗ ਜੀ ਨੂੰ ਪੁੱਛਿਆ ਗਿਆ, ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਆਏ ਨਹੀਂ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਵੈਸੇ ਕਹਿੰਦੇ ਅੰਮ੍ਰਿਤਸਰ ਤੋਂ ਲੜਦੇ ਆ, ਤੇ ਜਿੱਦਣ ਅੰਮ੍ਰਿਤਸਰ ਦੇ ਵਿੱਚ ਹੋਇਆ ਤਾਂ ਇਹ ਪ੍ਰੋਗਰਾਮ ਤਾਂ ਉਦੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਵੀ ਭੇਜਾਂਗੇ। ਯਾਨੀ ਕਹਿਣ ਦਾ ਭਾਵ ਜਿਹੜਾ ਬੰਦਾ ਨੈਸ਼ਨਲ ਲੈਵਲ ਦਾ, ਉਹਨੂੰ ਤੁਸੀਂ ਪੰਜਾਬ ਲੈਵਲ ਤੋਂ ਘਟਾ ਕੇ ਇੱਕ ਜ਼ਿਲ੍ਹੇ ਲੈਵਲ ਤੱਕ ਸੀਮਿਤ ਰੱਖਣਾ ਚਾਹੁੰਦੇ ਹੋ ਉਸ ਬੰਦੇ ਨੂੰ। ਸ਼ਾਇਦ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਰਾਣਾ ਗੁਰਜੀਤ, ਹਰੀਸ਼ ਚੌਧਰੀ ਇਹ ਨਾ ਸੋਚਦੇ ਹੋਣ ਕਿ ਭਾਈ ਇਹ ਜਿਮਨੀ ਚੋਣ ਜਿਹੜੀ ਅਸੀਂ ਜਿੱਤੇ ਬੈਠੇ ਹਾਂ, ਤੇ ਜੇ ਇਹਨਾਂ ਨੂੰ ਵੀ ਸੁਖਪਾਲ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਵਿੱਚ ਵਾੜ ਲਿਆ ਕਿਤੇ ਜਿੱਤ ਦਾ ਸਿਹਰਾ, ਲੋਕ ਇਹ ਨਾ ਸੋਚਣ ਕਿ ਨਵਜੋਤ ਸਿੰਘ ਸਿੱਧੂ ਭਾਈ ਜੇਲ੍ਹ ਤੋਂ ਬਾਹਰ ਆਇਆ ਸੀ, ਸੁਖਪਾਲ ਸਿੰਘ ਖਹਿਰਾ ਇੱਥੇ ਚੋਣ ਪ੍ਰਚਾਰ ਕਰਨ ਆਇਆ ਸੀ ਤਾਂ ਜਿੱਤ ਗਏ, ਨਹੀਂ ਤਾਂ ਇਹਨਾਂ ਤੋਂ ਜਿੱਤੀ ਨਹੀਂ ਸੀ ਜਾਣੀ। ਇਸ ਕਰਕੇ ਹੋ ਸਕਦਾ ਦੂਰ ਰੱਖੀ ਬੈਠੇ ਹੁਣ। ਪਰ ਮੈਨੂੰ ਲੱਗਦਾ ਕਿ ਇਹਨਾਂ ਦੋਵਾਂ ਲੀਡਰਾਂ ਨੂੰ ਪਾਸੇ ਕਰਕੇ ਜਿਮਨੀ ਚੋਣ ਜਿਹੜੀ ਜਿੱਤਣੀ ਆਸਾਨ ਨਹੀਂ ਹੋਊਗੀ, ਔਰ ਜੇ ਜਿੱਤ ਵੀ ਜਾਂਦੇ ਆ ਤਾਂ ਬਹੁਤ ਵੱਡੀ ਹੈਰਾਨੀ ਦੀ ਗੱਲ ਹੋਊਗੀ। ਮੈਨੂੰ ਲੱਗਦਾ ਕਿ ਫਿਲਹਾਲ ਇਹ ਸਿਰਫ ਸਿਹਰੇ ਦੀ ਲੜਾਈ ਚੱਲ ਰਹੀ ਹੈ, ਜਿੱਤ ਨਾਲੋਂ ਪਹਿਲਾਂ ਉਹ ਸਿਹਰੇ ਦੇ ਵਾਸਤੇ ਲੜ ਰਹੇ ਆ। ਸ਼ਾਇਦ ਉਹ ਓਵਰ ਕੌਨਫੀਡੈਂਸ ਨੇ ਕਿ ਅਸੀਂ ਤਾਂ ਜੀ ਜਿੱਤੇ ਪਏ ਆ। ਕਈ ਵਾਰੀ ਐਂ ਹੁੰਦਾ ਕਿ ਆਪਾਂ ਦੇਖਿਆ ਨਾ ਕਿ ਇੱਥੇ ਸੰਗਰੂਰ ਦੇ ਵਿੱਚ ਵੀ ਐਂ ਸੀਗਾ ਵੀ ਕਾਂਗਰਸ ਨੂੰ ਆਏ ਸੀ ਅਸੀਂ ਜਿੱਤੇ ਪਏ ਆ, ਦੂਜਿਆਂ ਨੂੰ ਆਏ ਸੀ ਵੀ ਅਸੀਂ ਜਿੱਤੇ ਪਏ ਆ, ਪਰ ਤੀਜਾ ਬੰਦਾ ਕੋਈ ਜਿੱਤ ਗਿਆ। ਇੱਦਾਂ ਦੀ ਗੱਲ ਨਹੀਂ ਹੈ। ਇੱਥੇ ਲੋਕ ਜਿਹੜੇ ਆ, ਇਹ ਨਹੀਂ ਕਿ ਜੇ ਸਰਕਾਰ ਮਾੜੀ ਆ ਤਾਂ ਤੁਹਾਨੂੰ ਜਿਤਾ ਦੇਣਗੇ, ਇੱਥੇ ਲੋਕ ਕੋਈ ਹੋਰ ਵੀ ਚੁਣ ਸਕਦੇ ਆ। ਬਿਲਕੁਲ ਸਿੱਧੂ ਸਾਹਿਬ, ਤੁਸੀਂ ਜਿਵੇਂ ਕਿਹਾਗਾ ਵੀ ਆਪਸ ਦੇ ਵਿੱਚ ਸਿਰਫ ਸਿਹਰੇ ਨੂੰ ਲੈ ਕੇ ਇਹ ਜੰਗ ਚੱਲ ਰਹੀ ਹੈਗੀ, ਕਿ ਇਹ ਜੰਗਬੰਦੀ ਸਿਹਰੇ ਨੂੰ ਲੈ ਕੇ ਜੋ ਜੰਗਬੰਦੀ ਚੱਲ ਰਹੀ ਹੈ, ਕਾਂਗਰਸ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਹਾਈ ਕਮਾਨ ਇਸ ਤੋਂ ਬੇਖਬਰ ਹੈ ਕਿ ਜੋ ਕਾਂਗਰਸ ਦੇ ਮੌਜੂਦਾ ਹਾਲਾਤ ਨੇ, ਨਾ ਕਾਂਗਰਸ ਦੇ ਵਿੱਚ ਕੁਝ ਹਾਈ ਹੈ ਤੇ ਨਾ ਕਿਸੇ ਦੇ ਹੱਥ ਦੇ ਵਿੱਚ ਕਮਾਨ ਆ। ਇੱਥੇ ਤਾਂ ਰੱਬ ਆਸਰੇ ਚੱਲ ਰਿਹਾ, ਦਬੜੂ ਘੁਸਰੂ ਚੱਲ ਰਿਹਾ ਕੰਮ, ਜਿਹਦਾ ਲੋਡ ਲੱਗ ਰਿਹਾ ਉਵੇਂ ਹੀ ਚੱਲੀ ਜਾਂਦਾ ਕੰਮ। ਜਿਵੇਂ ਜਿਵੇਂ ਜਲੰਧਰ ਜਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ, ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ, ਪੱਬਾਂ ਭਾਰ ਹੋ ਕੇ ਇਸ ਜਿਮਨੀ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾ ਰਹੀਆਂ ਨੇ। ਆਮ ਆਦਮੀ ਪਾਰਟੀ ਲਗਾਤਾਰ ਦੂਜੀਆਂ ਪਾਰਟੀਆਂ ਸੇਂਧਮਾਰੀ ਕਰ ਰਹੀ ਹੈ, ਲੇਕਿਨ ਗੱਲ ਕਾਂਗਰਸ ਦੀ ਕਰੀਏ ਜਿਨ੍ਹਾਂ ਦੇ ਵਿੱਚ ਆਪਸੀ ਜ਼ਿਆਦਾ ਮੁਕਾਬਲਾ ਜੋ ਸਾਹਮਣੇ ਹੈ, ਦੋ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ, ਉੱਥੇ ਹੀ ਕਾਂਗਰਸ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ, ਹਾਲਤ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ। ਕੀ ਕਾਰਨ ਹੈ? ਕਿਉਂਕਿ ਇਹਨਾਂ ਦੇ ਕੁਝ ਲੀਡਰ ਤਾਂ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ, ਤੇ ਜਿਹੜੇ ਪਾਰਟੀ ਦੇ ਵਿੱਚ ਲੀਡਰ ਹੈ ਵੀ ਨੇ ਉਹ ਵੀ ਅਜੇ ਆਪਸ ਦੇ ਵਿੱਚ ਤਾਲਮੇਲ ਨਹੀਂ ਬਿਠਾ ਪਾਏ। ਕੀ ਕਾਰਨ ਕੀ ਨੇ? ਆਖਰ ਇਸ ਤਰ੍ਹਾਂ ਦੀ ਸਥਿਤੀ ਕਾਂਗਰਸ ਲਈ ਬਣੀ ਕਿਉਂ ਹੈ? ਇਹਦੇ ਬਾਰੇ ਜ਼ਿਆਦਾ ਜਾਣਕਾਰੀ ਮੇਰੇ ਨਾਲ ਬਣੇ ਨੇ ਸੁਖਵਿੰਦਰ ਸਿੰਘ ਸਿੱਧੂ, ਸਾਡੇ ਸੀਨੀਅਰ ਰਿਪੋਰਟਰ। ਸੋ ਸਿੱਧੂ ਸਾਹਿਬ, ਜਿਮਨੀ ਚੋਣ
ਦੋਹਾਂ ਪਾਰਟੀਆਂ ਦੇ ਲਈ ਖਾਸ ਤੌਰ ਤੇ ਮੈਂ ਦੋ ਪਾਰਟੀਆਂ ਦੀ ਗੱਲ ਕਰਾਂਗਾ, ਆਮ ਆਦਮੀ ਪਾਰਟੀ ਵੈਸੇ ਤਾਂ ਤੇ- ਸਾਰਿਆਂ ਲਈ ਹੋਈ ਜੀ ਬਿਲਕੁਲ, ਪਰ ਦੋ ਪਾਰਟੀਆਂ ਦੀ ਜ਼ਿਆਦਾ ਗੱਲ ਕਰੀਏ, ਇੱਜ਼ਤ ਦਾਅ ਤੇ ਲੱਗੀ ਹੋਈ ਹੈ। ਪੰਜਾਬ ਸਰਕਾਰ ਜਿਮਨੀ ਚੋਣ ਹਾਰੇ ਸੰਗਰੂਰ, ਉਦੋਂ ਬਾਅਦ ਜਲੰਧਰ ਮੁੱਛ ਦਾ ਸਵਾਲ। ਦੂਸਰੇ ਪਾਸੇ ਗੱਲ ਕਾਂਗਰਸ ਦੀ ਕਰੀਏ, ਲੀਡਰ ਛੱਡ ਆਮ ਆਦਮੀ ਪਾਰਟੀ ਜਾਂ ਦੂਜੇ ਪਾਰਟੀਆਂ 'ਚ ਰਲੇਵਾਂ ਹੋ ਰਿਹਾ। ਕਾਰਨ ਕਿਵੇਂ ਦੇਖ ਰਹੇ ਹੋ? ਪਤਲੀ ਹਾਲਤ ਹੋਈ ਕਿਉਂ ਹੈ? ਕਾਂਗਰਸ ਦੇ ਵਿੱਚ ਇਹ ਧੜੇਬੰਦੀ ਖਤਮ ਕਿਉਂ ਨਹੀਂ ਹੋ ਰਹੀ? ਆਖਰ ਲੀਡਰਾਂ ਦੀ ਆਪਸ ਦੇ ਵਿੱਚ ਬਣ ਕਿਉਂ ਨਹੀਂ ਰਹੀ? ਬਿਲਕੁਲ, ਜਿਵੇਂ ਤੁਸੀਂ ਪਹਿਲੀ ਗੱਲ ਕੀਤੀ ਹੈ ਕਿ ਕਾਂਗਰਸ ਦੀ ਹਾਲਤ ਜਿਹੜੀ ਇੱਥੇ ਬਹੁਤ ਜ਼ਿਆਦਾ ਪਤਲੀ ਹੈਗੀ ਹੈ, ਕਿਉਂਕਿ ਇੱਕ ਪਾਸੇ ਤਾਂ ਲੀਡਰ ਜਿਹੜੇ ਆ ਜਿਮਨੀ ਚੋਣ ਦੇ ਵਿੱਚ ਹੀ ਛੱਡ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਈ ਜਾਂਦੇ, ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਉਮੀਦਵਾਰ ਵੀ ਹੈ ਉਹ ਵੀ ਜਿਹੜਾ ਕਾਂਗਰਸ ਦੇ ਵਿੱਚੋਂ ਹੁਣੇ ਜਿਹੜਾ ਉਹ ਨਵਾਂ ਹੀ ਗਿਆ। ਤੇ ਜਿਹੜੇ ਕਾਂਗਰਸ ਦੇ ਵਿੱਚ ਇੱਕ ਪਾਸੇ ਦਾ ਲੀਡਰ ਛੱਡ ਕੇ ਜਾ ਰਹੇ ਆ, ਦੂਜੇ ਪਾਸੇ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਬਣ ਨਹੀਂ ਰਹੀ। ਠੀਕ ਹੈ, ਔਰ ਤੁਸੀਂ ਦੇਖਿਆ ਕਿ ਕੱਲ ਚੌਧਰੀ ਸੁਰਿੰਦਰ ਸਿੰਘ ਜਿਹੜੇ ਆ ਉਹ ਚੌਧਰੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਝਟਕਾ ਦੇ ਕੇ ਕੱਲ ਉਹ ਵੀ ਜਿਹੜੇ ਉਧਰ ਸ਼ਾਮਲ ਹੋ ਚੁੱਕੇ ਨੇ। ਲਗਾਤਾਰ ਜਿਹੜੇ ਲੀਡਰ ਉਧਰ ਜਾ ਰਹੇ ਆ। ਔਰ ਦੂਜੀ ਗੱਲ ਇਹ ਹੈ ਕਿ ਕਾਂਗਰਸ ਜਾਂ ਤਾਂ ਲੀਡਰ ਜਿਹੜੇ ਆਪਣੇ ਸਾਹਮਣੇ ਨਹੀਂ ਪਾ ਰਹੀ। ਹੁਣ ਮੈਂ ਬਾਕੀਆਂ ਦੀ ਗੱਲ ਜੇ ਛੱਡ ਦਈਏ, ਕਾਂਗਰਸ ਦੇ ਵਿੱਚ ਦੋ ਵੱਡੇ ਨਾਮ ਆ, ਆਪਾਂ ਉਸ ਦਿਨ ਉਹਨਾਂ ਤੇ ਗੱਲਬਾਤ ਜਿਹੜੀ ਆ ਉਹ ਕੀਤੀ ਸੀਗੀ, ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਸਿਰਫ ਇੱਕ ਜਿਮਨੀ ਚੋਣ ਨਹੀਂ, ਸਿਰਫ ਪੰਜਾਬ ਨਹੀਂ, ਸਗੋਂ ਦੀ ਨੈਸ਼ਨਲ ਪੱਧਰ ਦਾ ਜਿਹੜਾ ਇੱਕ ਚਿਹਰਾ ਕਾਂਗਰਸ ਪਾਰਟੀ ਦੇ ਕੋਲੇ ਹੈਗਾ। ਆਪਾਂ ਸਾਰੇ ਜਾਣਦੇ ਆ ਨਾ, ਸਟਾਰ ਪ੍ਰਚਾਰਕ ਦੇ ਤੌਰ ਤੇ ਵੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਕਰਦੇ ਰਹੇ ਆ। ਔਰ ਜੇ ਗੱਲ ਕਰਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ, ਸੁਖਪਾਲ ਸਿੰਘ ਖਹਿਰਾ ਹੁਣੀ ਸਟਾਰ ਪ੍ਰਚਾਰਕ, ਵਿਸਲ ਬਲੋਰ ਜਾਣੇ ਜਾਂਦੇ ਆ, ਹਰ ਇੱਕ ਮੁੱਦਾ ਜਿਹੜਾ ਉਹ ਚੱਕਦੇ ਆ। ਔਰ ਪੂਰੇ ਇੰਡੀਆ ਕਿਸਾਨ ਸੈੱਲ ਦੇ ਜਿਹੜੇ ਕਾਂਗਰਸ ਦੇ ਉਹ ਪ੍ਰਧਾਨ ਹੈਗੇ ਆ। ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ, ਦੋ ਇਹੋ ਜਿਹੇ ਲੀਡਰ ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿੱਚ ਹੀ ਜਿਹੜਾ ਕੋਈ ਲੀਡਰ ਮੈਨੂੰ ਲੱਗਦਾ ਨਾ ਤਾਂ ਬੋਲਣ ਦੇ ਤੌਰ ਤੇ, ਨਾ ਇਮਾਨਦਾਰੀ ਦੇ ਤੌਰ ਤੇ, ਨਾ ਨਿਡਰਤਾ ਦੇ ਤੌਰ ਤੇ ਕੋਈ ਨਹੀਂ ਕਰ ਸਕਦਾ। ਤੇ ਉਹਨਾਂ ਦੋਨਾਂ ਬੰਦਿਆਂ ਨੂੰ ਹੀ ਕਾਂਗਰਸ ਨੇ ਖੁਦ ਹੀ ਜਿਹੜਾ ਇਸ ਜਿਮਨੀ ਚੋਣ ਤੋਂ ਬਾਹਰ ਕੀਤਾ ਹੋਇਆ ਜੀ। ਕਿਤੇ ਵੀ ਚੋਣ 'ਚ ਜਿਹੜੀ ਡਿਊਟੀ ਨਹੀਂ ਲਾਈ ਗਈ। ਜਿਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਾਂ, ਨਵਜੋਤ ਸਿੰਘ ਸਿੱਧੂ 2 ਦਿਨ ਜਿਹੜਾ ਉਹ ਜਲੰਧਰ ਗਏ। ਪਹਿਲੇ ਦਿਨ ਤਾਂ ਉਹ ਅਫਸੋਸ ਕਰਨ ਗਏ, ਜਿਹੜਾ ਹੈਗਾ ਚੌਧਰੀ ਸਾਹਿਬ ਦੇ ਘਰੇ, ਹਾਂ ਉਹਨਾਂ ਦੇ ਘਰੇ ਅਫਸੋਸ ਕਰਨ ਗਏ। ਉਹ ਡਿਊਟੀ ਨਹੀਂ ਸੀ, ਉਹ ਵੈਸੇ ਹੀ ਅਫਸੋਸ ਕਰਨ ਜਿਹੜੇ ਉਹ ਗਏ ਹੋਏ ਸੀ। ਠੀਕ ਆ, ਉੱਥੇ ਪੱਤਰਕਾਰ ਆਏ, ਉਹਨਾਂ ਨੇ ਜਿਹੜੀ ਗੱਲਬਾਤ ਉੱਤੇ ਕਰ ਲਈ, ਪਰ ਉਹ ਚੋਣ ਦੀ ਡਿਊਟੀ ਨਹੀਂ ਸੀ ਨਿਭਾਉਣ ਗਏ, ਉਹ ਵੈਸੇ ਹੀ ਉੱਥੇ ਅਫਸੋਸ ਕਰਨ ਗਏ ਸੀ। ਦੂਜੇ ਦਿਨ ਨਵਜੋਤ ਸਿੰਘ ਸਿੱਧੂ ਜਲੰਧਰ ਆਉਂਦੇ ਆ, ਇੱਕ ਦਿਨ ਵਿੱਚ ਪਾ ਕੇ ਜਲੰਧਰ ਆ ਜਾਂਦੇ ਆ, ਤਾਂ ਉਹ KP ਸਾਹਿਬ ਦੇ ਘਰੇ ਜਾਂਦੇ ਆ, ਉਹ ਅਵਤਾਰ ਹੈਨਰੀ ਦੇ ਘਰੇ ਜਾਂਦੇ ਆ, ਉਹ ਕੁਝ ਚੈਨਲਾਂ ਦੇ ਦਫ਼ਤਰਾਂ ਦੇ ਵਿੱਚ ਜਾਂਦੇ ਆ। ਉਹ ਜਲੰਧਰ ਜਿਮਨੀ ਚੋਣ ਦੇ ਕਰਕੇ ਨਹੀਂ ਜਾਂਦੇ, ਉਹ ਆਪਣੇ ਪਰਸਨਲ ਰਿਲੇਸ਼ਨਸ ਦੇ ਕਰਕੇ ਜਾਂਦੇ ਆ। ਚੈਨਲਾਂ ਦੇ ਵਿੱਚ ਆਪਾਂ ਦੇਖਿਆ ਕਿ ਕਾਫੀ ਵੱਡੇ ਲੀਡਰ ਜਿਹੜੇ ਉੱਥੇ ਜਾਂਦੇ ਹੀ ਜਾਂਦੇ ਆ। ਜਲੰਧਰ ਹੱਬ ਹੈਗਾ ਹੈ ਨਾ ਮੀਡੀਆ ਦਾ, ਤਾਂ ਉੱਥੇ ਜੇ ਗੱਲ ਕਰੀਏ KP ਸਾਹਿਬ ਬਹੁਤ ਨੇੜੇ ਜਾਣੇ ਜਾਂਦੇ ਆ ਨਵਜੋਤ ਸਿੰਘ ਸਿੱਧੂ ਦੇ। ਹੈਨਰੀ ਪਰਿਵਾਰ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਦੇ ਚੰਗੇ ਸੰਬੰਧ ਹੈ। ਉੱਥੇ ਉਹ ਉਹਨਾਂ ਸੰਬੰਧਾਂ ਦੇ ਕਰਕੇ ਗਏ, ਨਾ ਕਿ ਜਿਮਨੀ ਚੋਣ ਦੇ ਕਰਕੇ। ਹੁਣ ਮੈਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਅਪਰੋਚ ਕੀਤਾ, ਕਿਉਂਕਿ ਅਸੀਂ ਸੋਚ ਰਹੇ ਸੀ ਕਿ ਹੁਣ ਅਸੀਂ ਜਾ ਕੇ ਜਿਮਨੀ ਚੋਣ ਜਿਹੜੀ ਉੱਥੇ ਕਵਰ ਕਰਕੇ ਆਈਏ ਤੇ ਉੱਥੇ ਕੁਝ ਲੀਡਰਾਂ ਨੂੰ ਲਾਈਨ ਅਪ ਕਰੀਏ ਤੇ ਉੱਥੇ ਜਿਹੜੇ ਸਾਰੇ ਪ੍ਰਚਾਰ ਕਰਦੇ ਹੋਣਗੇ ਉਹਨਾਂ ਨਾਲ ਪਹਿਲਾਂ ਹੀ ਇੱਥੋਂ ਗੱਲਬਾਤ ਕਰਕੇ ਜਾਈਏ, ਤਾਂ ਜੋ ਅਸੀਂ ਜਾਈਏ ਤੇ ਕਾਫੀ ਸਾਰੇ ਲੀਡਰਾਂ ਦੇ ਨਾਲ ਇੰਟਰਵਿਊ ਹੋ ਸਕੇ। ਮੈਂ ਪਹਿਲਾ ਫੋਨ ਹੀ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਲਾਇਆ, ਮੈਂ ਫੋਨ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਜਲੰਧਰ ਦੇ ਵਿੱਚ ਹੀ ਹੋਵੋਗੇ ਤੇ ਉੱਥੇ ਚੋਣ ਪ੍ਰਚਾਰ ਕਰਦੇ ਹੋਵੋਗੇ, ਅਸੀਂ ਤੁਹਾਡੀ ਜਿਹੜੀ ਇੰਟਰਵਿਊ ਕਰਨੀ ਹੈ। ਉਹ ਕਹਿੰਦੇ ਜੀ ਮੇਰੀ ਤਾਂ ਉੱਥੇ ਪਾਰਟੀ ਨੇ ਕੋਈ ਜਿਹੜੀ ਉਹ ਡਿਊਟੀ ਨਹੀਂ ਲਾਈ, ਜਦੋਂ ਡਿਊਟੀ ਲਾਊ ਪਾਰਟੀ ਉਦੋਂ ਅਸੀਂ ਜਾਵਾਂਗੇ। ਕਹਿਣ ਦਾ ਭਾਵ ਤੁਸੀਂ ਦੇਖੋ, ਸੁਖਪਾਲ ਸਿੰਘ ਖਹਿਰਾ ਜਿਹੜੇ ਐਡੇ ਵਧੀਆ ਇਮਾਨਦਾਰੀ ਦੇ ਤੌਰ 'ਤੇ ਉਹ ਸਰਕਾਰ ਨੂੰ ਬੁਰੇ ਤਰੀਕੇ ਦੇ ਨਾਲ ਘੇਰਦੇ, ਔਰ ਸਰਕਾਰ ਜੇ ਇਸ ਵਕਤ ਸਭ ਤੋਂ ਵੱਧ ਲਾਟ ਮਾਰਦੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਤੋਂ ਮਾਰਦੀ ਹੈ। ਔਰ ਜਦੋਂ ਉਹ ਬੋਲਦੇ ਆ ਤਾਂ ਸਰਕਾਰ ਦੀ ਸਭ ਤੋਂ ਵੱਧ ਚੀਕ ਪੈਂਦੀ ਹੈ। ਤੇ ਉਸੇ ਬੰਦੇ ਨੂੰ ਹੀ ਤੁਸੀਂ ਜਿਹੜਾ ਉਹ ਦੂਰ ਕੀਤਾ ਹੋਇਆ ਹੈ, ਇਹ ਸਮਝੋ ਬਾਹਰ ਕਹਾਣੀਆਂ। ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਜਿਹੜੇ ਚਾਰੇ ਜਣੇ ਇਸ ਚੋਣ ਨੂੰ ਜਿਹੜਾ ਰਨ ਕਰ ਰਹੇ ਆ। ਔਰ ਮੈਨੂੰ ਲੱਗਦਾ ਕਿ ਇਹਨਾਂ ਚਾਰਾਂ ਦੇ ਵਿੱਚੋਂ ਹੀ, ਜੇ ਮੈਂ ਬੋਲਣ ਦੇ ਤੌਰ ਤੇ ਦੇਖਾਂ, ਜੇ ਮੈਂ ਇਮਾਨਦਾਰੀ ਦੇ ਤੌਰ ਤੇ ਦੇਖਾਂ, ਦੇਖੋ ਮੈਂ ਕਿਸੇ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਨੂੰ ਬੇਈਮਾਨ ਨਹੀਂ ਕਹਿ ਰਿਹਾ, ਪਰ ਇਹਨਾਂ ਚਾਰਾਂ ਦੇ ਵਿੱਚੋਂ ਹੀ ਜੇ ਮੈਂ ਗੱਲ ਕਰਾਂ, ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਇਮਾਨਦਾਰੀ ਦੇ ਤੌਰ ਤੇ, ਬੋਲਣ ਦੇ ਤੌਰ ਤੇ ਜਾਂ ਹੋਰ ਤਰੀਕਿਆਂ ਦੇ ਤੌਰ ਤੇ ਜਿਹੜਾ ਉਹ ਟੱਕਰ ਦੇ ਸਕੇ, ਹੈ ਨਾ। ਤਾਂ ਅਜਿਹੇ ਦੇ ਵਿੱਚ ਜਦੋਂ ਤੁਹਾਡੇ ਹਾਲਾਤ ਜਿਹੜੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹੋਣ, ਤੁਹਾਡੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਹੋਣ, ਤੇ ਨਾਲ ਹੀ ਨਾਲ ਜੇ ਕਹੀਏ ਕਿ ਇਹ ਚੋਣ ਵੀ ਜਿਹੜੀ ਆ ਉਹ ਮੁੱਛ ਦਾ ਸਵਾਲ ਬਣੀ ਹੋਵੇ, ਸਾਖ ਜਿਹੜੀ ਉਹ ਦਾਅ ਤੇ ਲੱਗੀ ਹੋਵੇ, ਉਦੋਂ ਤੁਸੀਂ ਆਪਣੇ ਅਹਿਮ ਲੀਡਰਾਂ ਨੂੰ ਜਿਹੜਾ ਇਸ ਜਿਮਨੀ ਚੋਣ ਤੋਂ ਬਾਹਰ ਕਰਕੇ ਰੱਖੋ, ਇਹ ਮੈਨੂੰ ਲੱਗਦਾ ਕਿ ਸਮਝ ਤੋਂ ਪਰੇ ਹੈ।
ਸ਼ਾਇਦ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਰਾਣਾ ਗੁਰਜੀਤ, ਹਰੀਸ਼ ਚੌਧਰੀ ਇਹ ਨਾ ਸੋਚਦੇ ਹੋਣ ਕਿ ਭਾਈ ਇਹ ਜਿਮਨੀ ਚੋਣ ਜਿਹੜੀ ਅਸੀਂ ਜਿੱਤੇ ਬੈਠੇ ਹਾਂ, ਤੇ ਜੇ ਇਹਨਾਂ ਨੂੰ ਵੀ ਸੁਖਪਾਲ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਵਿੱਚ ਵਾੜ ਲਿਆ ਕਿਤੇ ਜਿੱਤ ਦਾ ਸਿਹਰਾ, ਲੋਕ ਇਹ ਨਾ ਸੋਚਣ ਕਿ ਨਵਜੋਤ ਸਿੰਘ ਸਿੱਧੂ ਭਾਈ ਜੇਲ੍ਹ ਤੋਂ ਬਾਹਰ ਆਇਆ ਸੀ, ਸੁਖਪਾਲ ਸਿੰਘ ਖਹਿਰਾ ਇੱਥੇ ਚੋਣ ਪ੍ਰਚਾਰ ਕਰਨ ਆਇਆ ਸੀ ਤਾਂ ਜਿੱਤ ਗਏ, ਨਹੀਂ ਤਾਂ ਇਹਨਾਂ ਤੋਂ ਜਿੱਤੀ ਨਹੀਂ ਸੀ ਜਾਣੀ। ਇਸ ਕਰਕੇ ਹੋ ਸਕਦਾ ਦੂਰ ਰੱਖੀ ਬੈਠੇ ਹੁਣ। ਉਹ ਭਲਿਓ ਮਾਨਸੋ, ਸਿਹਰਾ ਤਾਂ ਤੁਸੀਂ ਬਾਅਦ ਚ ਲੈ ਲਿਓ, ਪਰ ਪਹਿਲਾਂ ਜਿਮਨੀ ਚੋਣ ਤਾਂ ਜਿੱਤ ਲਓ, ਜਿੱਤਣ ਜੋਗੇ ਹੈਗੇ ਵੀ ਆ ਕਿ ਨਹੀਂ। ਗੱਲ ਤਾਂ ਇਹ ਵੀ ਆ ਲਖਵਿੰਦਰ ਜੀ, ਹੁਣ ਇੱਕ ਪਾਸੇ ਤਾਂ ਰਾਜਾ ਵੜਿੰਗ ਜੀ ਇਹ ਗੱਲ ਕਹਿੰਦੇ ਆ ਕਿ ਮੈਂ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਨਾਲ ਲੈ ਕੇ ਚੱਲਣਾ, ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰਾਂ ਨੂੰ ਜਿਹੜਾ ਪਾਸੇ ਕਰੀ ਫਿਰਦੇ ਆ। ਇੱਥੇ ਪਟਿਆਲੇ ਦੇ ਵਿੱਚ ਆਏ ਸੀਗੇ, ਹੁਣ ਨਵਜੋਤ ਸਿੰਘ ਸਿੱਧੂ ਨੂੰ ਆਪਾਂ ਸਾਰੇ ਜਾਣਦੇ ਆ, ਕਾਂਗਰਸ ਪਾਰਟੀ ਜਿਹੜੀ ਹੈ ਜਾਂ ਹੋਰ ਪਹਿਲਾਂ ਭਾਜਪਾ ਦੇ ਵਿੱਚ ਰਹੇ ਆ, ਉਹਨਾਂ ਨੂੰ ਪੂਰੇ ਦੇਸ਼ ਦੇ ਲਈ ਜਿਹੜਾ ਉਹ ਸਾਰੀਆਂ ਪਾਰਟੀਆਂ ਵਰਤਦੀਆਂ ਰਹੀਆਂ, ਕਿਉਂਕਿ ਇੱਕ ਵੱਡੀ ਫੈਨ ਫੋਲੋਇੰਗ ਹੈ ਲੋਕਾਂ ਦੇ ਵਿੱਚ, ਉਹਨਾਂ ਦਾ ਕਾਫੀ ਜ਼ਿਆਦਾ ਔਰਾ ਹੈਗਾ ਔਰ ਬੋਲਣ ਦਾ ਵੀ ਤਰੀਕਾ, ਕਾਫੀ ਭਾਸ਼ਾਵਾਂ ਦੇ ਉੱਪਰ ਜਿਹੜੀ ਉਹਨਾਂ ਦੀ ਪਕੜ ਹੈਗੀ ਆ, ਤਾਂ ਇਸ ਕਰਕੇ ਉਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਸਾਰੀਆਂ ਪਾਰਟੀਆਂ ਉਹ ਵਰਤਦੀਆਂ ਹੈਗੀਆਂ। ਔਰ ਜੇ ਮੈਂ ਗੱਲ ਕਰਾਂ ਰਾਜਾ ਵੜਿੰਗ ਹੋਰਾਂ ਦੀ, ਜਿਹੜਾ ਇੱਥੇ ਉਦਣ ਧਰਨਾ ਜਿਹੜਾ ਲਾਇਆ ਸੀਗਾ ਇੱਥੇ ਪਟਿਆਲੇ ਦੇ ਵਿੱਚ, ਰੋਸ ਰੈਲੀ ਸੀਗੀ ਜਿਹੜੀ ਉਹ ਇੱਥੇ ਜਿਹੜੀ ਕੀਤੀ ਗਈ ਸੀਗੀ, ਉੱਥੇ ਰਾਜਾ ਵੜਿੰਗ ਜੀ ਨੂੰ ਪੁੱਛਿਆ ਗਿਆ, ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਆਏ ਨਹੀਂ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਵੈਸੇ ਕਹਿੰਦੇ ਅੰਮ੍ਰਿਤਸਰ ਤੋਂ ਲੜਦੇ ਆ, ਤੇ ਜਿੱਦਣ ਅੰਮ੍ਰਿਤਸਰ ਦੇ ਵਿੱਚ ਹੋਇਆ ਤਾਂ ਇਹ ਪ੍ਰੋਗਰਾਮ ਤਾਂ ਉਦੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਵੀ ਭੇਜਾਂਗੇ। ਯਾਨੀ ਕਹਿਣ ਦਾ ਭਾਵ ਜਿਹੜਾ ਬੰਦਾ ਨੈਸ਼ਨਲ ਲੈਵਲ ਦਾ, ਉਹਨੂੰ ਤੁਸੀਂ ਪੰਜਾਬ ਲੈਵਲ ਤੋਂ ਘਟਾ ਕੇ ਇੱਕ ਜ਼ਿਲ੍ਹੇ ਲੈਵਲ ਤੱਕ ਸੀਮਿਤ ਰੱਖਣਾ ਚਾਹੁੰਦੇ ਹੋ ਉਸ ਬੰਦੇ ਨੂੰ। ਦੇਖੋ ਉੱਥੇ ਆਸ਼ੂ ਪਹੁੰਚਿਆ, ਉੱਥੇ ਪ੍ਰਤਾਪ ਬਾਜਵਾ ਪਹੁੰਚਿਆ, ਉੱਥੇ ਖੁਦ ਰਾਜਾ ਵੜਿੰਗ ਪਹੁੰਚੇ, ਉੱਥੇ ਹੋਰ ਲੀਡਰ ਪਹੁੰਚੇ, ਜਿੱਥੇ ਹੋਰ ਲੀਡਰ ਪਹੁੰਚੇ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜ ਦਿੰਦੇ। ਔਰ ਮੈਨੂੰ ਲੱਗਦਾ ਨਹੀਂ ਕਿ ਰਾਜਾ ਵੜਿੰਗ ਹੋਰਾਂ ਤੋਂ ਲੈ ਕੇ ਜਾਂ ਕੋਈ ਹੋਰ ਵੀ ਕਾਂਗਰਸ ਦਾ ਲੀਡਰ ਜਿਹੜਾ ਜਿਨ੍ਹਾਂ ਨੂੰ ਬਿਆਨ ਦੇਣ ਤੋਂ ਬਾਅਦ ਅੰਬਾਲੇ ਤੋਂ ਬਾਹਰ ਸੁਣਿਆ ਜਾਂਦਾ ਹੋਵੇ, ਪਰ ਨਵਜੋਤ ਸਿੰਘ ਸਿੱਧੂ ਜਿਹੜੇ ਆਲ ਵਰਲਡ ਉਹਨਾਂ ਨੂੰ ਜਾਣਦਾ ਹੈ, ਉਹ ਸਾਰੇ ਸੁਣੇ ਜਾਂਦੇ ਆ। ਔਰ ਜੇ ਨਵਜੋਤ ਸਿੰਘ ਸਿੱਧੂ ਉਦੋਂ ਪਟਿਆਲਾ ਦੇ ਵਿੱਚ ਬੋਲਦੇ ਤਾਂ ਮੈਨੂੰ ਲੱਗਦਾ ਕਿ ਉਹ ਨੈਸ਼ਨਲ ਨਿਊਜ਼ ਜਿਹੜੀ ਆ ਉਹ ਬਣਨੀ ਸੀਗੀ, ਹੈ ਨਾ। ਤਾਂ ਪਰ ਸਮਝੋ ਬਾਹਰ ਕਹਾਣੀ ਹੈ ਕਿ ਕਿਉਂ ਉਹਨਾਂ ਨੂੰ ਜਿਹੜਾ ਉਹ ਪਾਸੇ ਰੱਖਿਆ ਜਾ ਰਿਹਾ ਕਾਂਗਰਸ ਦੇ ਪ੍ਰਦਰਸ਼ਨਾਂ ਦੇ ਵਿੱਚੋਂ ਵੀ, ਕਿਉਂਕਿ ਜੇ ਮੈਂ ਗੱਲ ਕਰਾਂ ਉਦੋਂ ਤੁਸੀਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਗਏ ਉੱਥੇ ਜਲੰਧਰ ਦੇ ਵਿੱਚ, ਜਿੱਦਣ ਉਹਨਾਂ ਦੇ ਅਫਸੋਸ ਕਰਨ ਗਏ, ਉੱਥੇ ਵੀ ਕੋਈ ਲੀਡਰ ਜਿਹੜਾ ਕੋਈ ਬਹੁਤਾ ਵੱਡਾ ਇਹਨਾਂ ਦੇ ਵਿੱਚੋਂ ਕੋਈ ਪਹੁੰਚਿਆ ਨਹੀਂ ਕਿ ਭਾਈ ਸਾਡਾ ਸਟਾਰ ਪ੍ਰਚਾਰਕ ਰਿਹਾ, ਸਾਡਾ ਸਾਬਕਾ ਪ੍ਰਧਾਨ ਰਿਹਾ, ਸਾਡਾ ਸਾਬਕਾ ਮੰਤਰੀ ਰਿਹਾ, ਏਡਾ ਵੱਡਾ ਅੱਗੇ ਵੀ ਪਤਾ ਨਹੀਂ ਕੀ ਕੁਝ, ਹੈ ਨਾ। ਤਾਂ ਉਦੋਂ ਵੀ ਕੋਈ ਜਿਹੜਾ ਪ੍ਰਗਟ ਸਿੰਘ ਤੇ ਜੂਨੀਅਰ ਅਵਤਾਰ ਹੈਨਰੀ ਤੋਂ ਬਿਨਾਂ ਕੋਈ ਵੱਡਾ ਲੀਡਰ ਕੋਈ ਉਹਨੂੰ ਰਿਸੀਵ ਕਰਨ ਜਾਂ ਲੈਣ ਜਾਂ ਕਿਸੇ ਤਰੀਕੇ ਦੇ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਨਹੀਂ। ਉਦੋਂ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਘਰੇ ਪ੍ਰੈਸ ਕਾਨਫਰੰਸ ਕਰਕੇ ਚਲੇ ਗਏ। ਕੱਲ੍ਹ ਵੀ ਨਵਜੋਤ ਸਿੰਘ ਸਿੱਧੂ ਆਏ, ਕੋਈ ਫੋਨ ਕਰਕੇ ਪੁੱਛਦਾ ਵੀ ਭਾਈ ਅਸੀਂ ਵੀ ਜਲੰਧਰ ਆ, ਆਓ ਆਪਾਂ ਇੱਥੇ ਪ੍ਰਚਾਰ ਕਰੀਏ। ਕੱਲ੍ਹ ਨਵਜੋਤ ਸਿੰਘ ਸਿੱਧੂ ਵੀ ਜਲੰਧਰ ਸੀ, ਕੱਲ੍ਹ ਰਾਜਾ ਵੜਿੰਗ, ਪ੍ਰਤਾਪ ਬਾਜਵਾ ਹੋਰੀ ਔਰ ਮੇਰੇ ਖਿਆਲ 'ਚ ਰਾਣਾ ਗੁਰਜੀਤ ਹੋਣੀ, ਸ਼ਾਇਦ ਸਾਰੇ ਉੱਥੇ ਹੀ ਸੀ, ਸ਼ਾਇਦ ਉਹ ਪ੍ਰਚਾਰ ਕਰ ਰਹੇ ਹੋਣੇ ਆ। ਮੈਂ ਫੋਟੋਆਂ ਦੇਖੀਆਂ ਸੀ ਰਾਜਾ ਵੜਿੰਗ ਹੋਰਾਂ ਦੀਆਂ, ਨਵਜੋਤ ਸਿੰਘ ਸਿੱਧੂ ਵੀ ਉੱਥੇ ਹੀ ਸੀ ਜਲੰਧਰ ਦੇ ਵਿੱਚ, ਰਾਜਾ ਵੜਿੰਗ ਹੋਣੀ ਵੀ ਕੱਲ੍ਹ ਜਲੰਧਰ ਦੇ ਵਿੱਚ ਹੀ ਸੀਗੇ, ਤੇ ਰਾਜਾ ਵੜਿੰਗ ਜੀ ਆਪਦਾ ਪ੍ਰਚਾਰ ਕਰਦੇ ਰਹੇ। ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਅਲੱਗ ਜਿਹੜਾ ਆਪਦਾ ਪ੍ਰਚਾਰ ਕਰਦੇ ਰਹੇ, ਜਾਂ ਕਹਿ ਲਓ ਕਿ ਆਪਣੇ ਸੱਜਣਾ ਮਿੱਤਰਾਂ ਨੂੰ ਮਿਲਦੇ ਰਹੇ, ਪਰ ਆਪਸ ਦੇ ਵਿੱਚ ਦੋਵਾਂ ਦੇ ਵੱਲੋਂ ਕੋਈ ਗੱਲਬਾਤ ਜਿਹੜੀ ਆ ਉਹ ਕੀਤੀ ਨਹੀਂ ਗਈ। ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਸਾਰਾ ਮੀਡੀਆ ਨਵਜੋਤ ਸਿੰਘ ਸਿੱਧੂ ਦੇ ਮਗਰ ਫਿਰਦਾ ਸੀ। ਸਾਰੇ ਮੀਡੀਆ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਜਲੰਧਰ ਦੇ ਵਿੱਚ ਫਿਰਦਾ। ਦੂਜੇ ਪਾਸੇ ਰਾਜਾ ਵੜਿੰਗ ਜੀ ਆਪਣੇ ਪਰਸਨਲ ਪੇਜ ਤੇ ਫੋਟੋਆਂ ਪਾ ਰਹੇ ਆ। ਮੈਨੂੰ ਲੱਗਦਾ ਤੇ ਜੇ ਇਕੱਠੇ ਹੋ ਜਾਂਦੇ ਤਾਂ ਸਾਰਾ ਮੀਡੀਆ ਇਹਨਾਂ ਨੂੰ ਕਵਰ ਕਰਦਾ, ਸਾਰਾ ਇੱਕ ਵੱਡੀ ਖਬਰ ਬਣਦੀ, ਇੱਕ ਲੋਕਾਂ ਦੇ ਕਾਂਗਰਸੀ ਵਰਕਰਾਂ ਦੇ ਵਿੱਚ ਜਿਹੜਾ ਇੱਕ ਮੈਸੇਜ ਜਾਂਦਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਇਕੱਠੀ ਹੈ। ਪਰ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਤਰਜੀਹ ਦਿੰਦੀ ਨਹੀਂ। ਪਰ ਮੈਨੂੰ ਲੱਗਦਾ ਕਿ ਇਹਨਾਂ ਦੋਵਾਂ ਲੀਡਰਾਂ ਨੂੰ ਪਾਸੇ ਕਰਕੇ ਜਿਮਨੀ ਚੋਣ ਜਿਹੜੀ ਜਿੱਤਣੀ ਆਸਾਨ ਨਹੀਂ ਹੋਊਗੀ, ਔਰ ਜੇ ਜਿੱਤ ਵੀ ਜਾਂਦੇ ਆ ਤਾਂ ਬਹੁਤ ਵੱਡੀ ਹੈਰਾਨੀ ਦੀ ਗੱਲ ਹੋਊਗੀ। ਪਰ ਮੈਨੂੰ ਲੱਗਦਾ ਕਿ ਜੇ ਇਹਨਾਂ ਦੋਵਾਂ ਲੀਡਰਾਂ ਨੂੰ ਕਾਂਗਰਸ, ਜਾਂ ਇਹ ਸਿਰਫ ਦੋਵੇਂ ਲੀਡਰ ਨਹੀਂ, ਹੋਰ ਵੀ ਜਿਹੜੇ ਲੀਡਰ ਹੈ ਕਾਂਗਰਸ ਜੇ ਇਕਜੁੱਟ ਹੋ ਕੇ ਚੱਲਦੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਜਿਮਨੀ ਚੋਣ ਦੇ ਨਤੀਜੇ ਜਿਹੜੇ ਕਾਂਗਰਸ ਵਾਸਤੇ ਬਿਹਤਰ ਆ ਸਕਦੇ ਆ। ਮੈਨੂੰ ਲੱਗਦਾ ਕਿ ਫਿਲਹਾਲ ਇਹ ਸਿਰਫ ਸਿਹਰੇ ਦੀ ਲੜਾਈ ਚੱਲ ਰਹੀ ਹੈ। ਜਿੱਤ ਨਾਲੋਂ ਪਹਿਲਾਂ ਉਹ ਸਿਹਰੇ ਦੇ ਵਾਸਤੇ ਲੜ ਰਹੇ ਆ। ਸ਼ਾਇਦ ਉਹ ਓਵਰ ਕੌਨਫੀਡੈਂਸ ਨੇ ਕਿ ਅਸੀਂ ਤਾਂ ਜੀ ਜਿੱਤੇ ਪਏ ਆ। ਕਈ ਵਾਰੀ ਐਂ ਹੁੰਦਾ ਕਿ ਆਪਾਂ ਦੇਖਿਆ ਨਾ ਕਿ ਇੱਥੇ ਸੰਗਰੂਰ ਦੇ ਵਿੱਚ ਵੀ ਐਂ ਸੀਗਾ ਵੀ ਕਾਂਗਰਸ ਨੂੰ ਆਏ ਸੀ ਅਸੀਂ ਜਿੱਤੇ ਪਏ ਹਾਂ, ਦੂਜਿਆਂ ਨੂੰ ਆਏ ਸੀ ਵੀ ਅਸੀਂ ਜਿੱਤੇ ਪਏ ਹਾਂ, ਪਰ ਤੀਜਾ ਬੰਦਾ ਕੋਈ ਜਿੱਤ ਗਿਆ। ਇੱਦਾਂ ਦੀ ਗੱਲ ਨਹੀਂ ਹੈ। ਇੱਥੇ ਲੋਕ ਜਿਹੜੇ ਆ, ਇਹ ਨਹੀਂ ਕਿ ਜੇ ਸਰਕਾਰ ਮਾੜੀ ਆ ਤਾਂ ਤੁਹਾਨੂੰ ਜਿਤਾ ਦੇਣਗੇ, ਇੱਥੇ ਲੋਕ ਕੋਈ ਹੋਰ ਵੀ ਚੁਣ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਇਸ ਵਕਤ ਜਿੰਨਾ ਜ਼ੋਰ ਲਾਇਆ ਜਾ ਸਕੇ, ਜਿੰਨੇ ਲੋਕ ਆਪਦੇ ਨਾਲ ਜੋੜੇ ਜਾ ਸਕਣ, ਉਨਾ ਹੀ ਕਾਂਗਰਸ ਦੇ ਲਈ ਵਧੀਆ ਹੋਊਗਾ। ਪਰ ਕਾਂਗਰਸ ਜਿਹੜੀ ਆਪਣੇ ਨਾਲੋਂ ਤੋੜ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਾਈ ਜਾਂਦੇ, ਉਹਨਾਂ ਦੇ ਲੀਡਰ ਜਿਹੜੇ ਆਪਸ ਦੇ ਵਿੱਚ ਹੈਗੇ ਆ ਉਹ ਆਪਸ ਦੇ ਵਿੱਚ ਮਿਲ ਕੇ ਚੱਲ ਨਹੀਂ ਰਹੇ, ਜਿਹਦੇ ਕਰਕੇ ਕਾਂਗਰਸ ਨੂੰ ਜਿਹੜਾ ਉਹ ਨੁਕਸਾਨ ਹੋ ਸਕਦਾ, ਔਰ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਵਰਗੇ ਲੀਡਰਾਂ ਨੂੰ ਪਾਸੇ ਕਰਕੇ। ਬਿਲਕੁਲ ਸਿੱਧੂ ਸਾਹਿਬ, ਤੁਸੀਂ ਜਿਵੇਂ ਕਿਹਾਗਾ ਵੀ ਆਪਸ ਦੇ ਵਿੱਚ ਸਿਰਫ ਸਿਹਰੇ ਨੂੰ ਲੈ ਕੇ ਇਹ ਜੰਗ ਚੱਲ ਰਹੀ ਹੈਗੀ
ਕਿ ਇਹ ਜੰਗਬੰਦੀ ਸਿਹਰੇ ਨੂੰ ਲੈ ਕੇ ਜੋ ਜੰਗਬੰਦੀ ਚੱਲ ਰਹੀ ਹੈ, ਕਾਂਗਰਸ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਹਾਈ ਕਮਾਨ ਇਸ ਤੋਂ ਬੇਖਬਰ ਹੈ, ਕਿ ਹਾਈ ਕਮਾਨ ਦੇ ਵੱਲੋਂ ਕੋਈ ਵੀ ਦਿਸ਼ਾ ਨਿਰਦੇਸ਼, ਕਿਉਂਕਿ ਹਰੀਸ਼ ਚੌਧਰੀ ਜੀ ਹਰ ਸਮੇਂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਰਹਿੰਦੇ ਨੇ, ਕਿ ਉਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼ ਹਾਈ ਕਮਾਨ ਤੋਂ ਨਹੀਂ ਆ ਰਹੇ। ਜੇਕਰ ਆਪਾਂ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਵੀ ਕਾਂਗਰਸ ਦੇ ਹਾਲਾਤ ਬਹੁਤੇ ਵਧੀਆ ਨਹੀਂ। ਕਾਂਗਰਸ ਨੂੰ ਥੱਲੇ ਤੋਂ ਉੱਠਣਾ ਪਏਗਾ ਫਿਰ ਤੋਂ, ਕਿਉਂਕਿ ਕਾਂਗਰਸ ਇਹ ਗੱਲ ਮੰਨਣੀ ਪਊ, ਕਾਂਗਰਸ ਬੁਰੀ ਤਰੀਕੇ ਨਾਲ ਗਿਰ ਚੁੱਕੀ ਹੈ ਪੂਰੇ ਦੇਸ਼ ਦੇ ਵਿੱਚ। ਜੇਕਰ ਉਹ ਜ਼ਮੀਨ ਤੋਂ ਉੱਠਣਾ ਪਊ ਤਾਂ ਕੀ ਉੱਪਰੋਂ ਹਾਈ ਕਮਾਨ ਵੱਲੋਂ ਕੋਈ ਨਿਰਦੇਸ਼ ਨਹੀਂ ਆ ਰਹੇ? ਜੇ ਨਿਰਦੇਸ਼ ਆ ਰਹੇ ਨੇ, ਕੀ ਪੰਜਾਬ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਜਾਂ ਫਿਰ ਹਰੀਸ਼ ਚੌਧਰੀ ਜਾਂ ਫਿਰ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ, ਕਿ ਉਹ ਨਿਰਦੇਸ਼ਾਂ ਨੂੰ ਫੋਲੋ ਨਹੀਂ ਕਰ ਰਹੇ? ਦੇਖੋ ਜੀ ਲਖਵਿੰਦਰ ਜੀ, ਤੁਸੀਂ ਸਵਾਲ ਤਾਂ ਠੀਕ ਪੁੱਛਿਆ, ਪਰ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਜੋ ਕਾਂਗਰਸ ਦੇ ਮੌਜੂਦਾ ਹਾਲਾਤ ਨੇ, ਨਾ ਕਾਂਗਰਸ ਦੇ ਵਿੱਚ ਕੁਝ ਹਾਈ ਹੈ ਤੇ ਨਾ ਕਿਸੇ ਦੇ ਹੱਥ ਦੇ ਵਿੱਚ ਕਮਾਨ ਆ। ਇੱਥੇ ਤਾਂ ਰੱਬ ਆਸਰੇ ਚੱਲ ਰਿਹਾ, ਦਬੜੂ ਘੁਸਰੂ ਚੱਲ ਰਿਹਾ ਕੰਮ, ਜਿਹਦਾ ਲੋਡ ਲੱਗ ਰਿਹਾ ਉਵੇਂ ਹੀ ਚੱਲੀ ਜਾਂਦਾ ਕੰਮ। ਇਹ ਬੜਾ ਅਹਿਮ ਸਵਾਲ ਹੈ ਕਿ ਤੁਸੀਂ ਦੇਖੋ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਇੱਕ ਸੈਮੀਫਾਈਨਲ ਹੈ। ਇਹ ਪੰਜਾਬ ਦੀ ਵੀ ਤਸਵੀਰ ਬਦਲ ਸਕਦੀ ਹੈ ਚੋਣ। ਇਹ ਹੋ ਸਕਦਾ ਕਿ ਥੋੜ੍ਹੀ ਬਹੁਤੀ ਤਸਵੀਰ ਜਿਹੜੀ ਆ ਹੋਰ ਵਾਲੇ ਪਾਸੇ ਵੀ ਬਦਲਣ ਦੀ ਸ਼ਮਤਾ ਇਹ ਚੋਣ ਜਿਹੜੀ ਰੱਖਦੀ ਹੋਵੇ। ਪਰ ਮੈਨੂੰ ਲੱਗਦਾ ਕਿ ਇੱਥੇ ਜੋ ਕੁਝ ਚੱਲ ਰਿਹਾ, ਹਰੀਸ਼ ਚੌਧਰੀ ਤੇ ਇੰਨਾ ਕੁਝ ਲੱਗ ਗਿਆ, ਇਲਜ਼ਾਮ ਇੰਨੇ ਕੁਝ ਲੱਗ ਗਏ, ਹਾਰਨ ਤੋਂ ਬਾਅਦ ਪ੍ਰਧਾਨ ਜ਼ਰੂਰ ਬਦਲਤਾ ਤੁਸੀਂ, ਪਰ ਇੰਚਾਰਜ ਉਵੇਂ ਦਾ ਉਵੇਂ ਲੱਗਿਆ ਹੋਇਆ। ਤੁਸੀਂ ਦੇਖੋ ਕਿ ਇੱਥੇ ਇੰਨੇ ਇਲਜ਼ਾਮ ਜਿਹੜੇ ਉਸ ਹਰੀਸ਼ ਚੌਧਰੀ ਦੇ ਉੱਪਰ ਜਿਹੜੇ ਉਹ ਲੱਗ ਚੁੱਕੇ ਆ, ਪਰ ਫਿਰ ਵੀ ਨਹੀਂ ਬਦਲਿਆ ਗਿਆ। ਉੱਥੇ ਮੈਂ ਤਾਂ ਹੀ ਕਹਿੰਦਾ ਵੀ ਨਾ ਇੱਥੇ ਕੋਈ ਹਾਈ ਹੈ ਤੇ ਨਾ ਹੀ ਕਿਸੇ ਦੇ ਹੱਥ ਦੇ ਵਿੱਚ ਕਮਾਨ ਹੈ। ਔਰ ਦੂਜੀ ਗੱਲ ਇਹ ਵੀ ਹੈ ਕਿ ਬਿਲਕੁਲ ਤੁਹਾਡਾ ਸਵਾਲ ਵਾਜਬ ਹੈ ਕਿ ਇੱਥੇ ਜੋ ਕੁਝ ਹਾਲਾਤ ਕਾਂਗਰਸ ਦੇ ਬਣੇ ਹੋਏ ਆ, ਖੜਗੇ ਸਾਹਿਬ ਨੂੰ, ਰਾਹੁਲ ਗਾਂਧੀ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜੋ ਵੀ ਹੈ, ਹੈ ਨਾ ਜੀ। ਤੇ ਖੜਗੇ ਸਾਹਿਬ ਨੇ ਜੇ ਆਪਣੇ ਹੱਥ ਦੇ ਵਿੱਚ ਜੇ ਉਹਨਾਂ ਨੇ ਪ੍ਰਧਾਨਗੀ ਸਾਂਭੀ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੇਸੀ ਵੇਣੂਗੋਪਾਲ ਹੋਣਾ ਨੂੰ ਜਾਂ ਸਾਰਿਆਂ ਨੂੰ ਇਹ ਜਿਹੜੀ ਗੱਲਬਾਤ ਆ, ਮੈਨੂੰ ਲੱਗਦਾ ਕਿ ਉੱਥੇ ਨਵਜੋਤ ਸਿੰਘ ਸਿੱਧੂ ਉੱਧਰ ਮੁਲਾਕਾਤ ਕਰਕੇ ਆਏ ਆ ਤਾਂ ਸਾਰਾ ਕੁਝ ਦੱਸਿਆ ਹੀ ਹੋਣਾ। ਪਰ ਫਿਰ ਵੀ ਉਸ ਦੇ ਬਾਵਜੂਦ ਵੀ ਜੇ ਜਿਹੜਾ ਹੈਗਾ ਹਾਈ ਕਮਾਨ ਦੇ ਵੱਲੋਂ ਇਹ ਨਾ ਕਹਿਣਾ ਕਿ ਤੁਸੀਂ ਆਪਸ ਦੇ ਵਿੱਚ ਮਿਲ ਕੇ ਚੱਲੋ, ਤਾਂ ਮੈਨੂੰ ਲੱਗਦਾ ਕਿ ਬੜੀ ਮੰਦਭਾਗੀ ਗੱਲ ਹੈ। ਔਰ ਫਿਰ ਉਹੀ ਕਹਿ ਸਕਦੇ ਹਾਂ ਕਿ ਇੱਥੇ ਨਾ ਹਾਈ ਹੈ ਤੇ ਨਾ ਹੀ ਕਮਾਨ ਹੈ। ਤੇ ਮੈਨੂੰ ਲੱਗਦਾ ਕਿ ਬੇਖਬਰ ਹੈ ਜਾਂ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਪਾਰਟੀ ਚੁੱਪ ਹੈ। ਪਰ ਮੈਨੂੰ ਲੱਗਦਾ ਕਿ ਨਤੀਜੇ ਫਿਰ ਜਿਹੜੇ ਉਹ ਬੁਰੇ ਆਉਣਗੇ। ਪਰ ਮੈਨੂੰ ਲੱਗਦਾ ਕਿ ਜੇ ਸਿਹਰਿਆਂ ਦੀ ਲੜਾਈ ਲੜਨੀ ਹੈ, ਸਿਹਰਿਆਂ ਦੀ ਲੜਾਈ ਜਿਹੜੀ ਆ ਬਾਅਦ 'ਚ ਵੀ ਲੜੀ ਜਾ ਸਕਦੀ ਹੈ, ਪਰ ਉਸ ਤੋਂ ਪਹਿਲਾਂ ਜਿੱਤ ਜ਼ਰੂਰੀ ਹੈ। ਜੇ ਜਿੱਤ ਹੀ ਨਾ ਹੀ ਤਾਂ ਫਿਰ ਸਿਹਰਾ ਵੀ ਖੰਡ-ਖੁੰਡ ਜਾਣਾ ਇੱਥੇ। ਬਿਲਕੁਲ ਜੀ, ਥੈਂਕ ਯੂ ਸਰ, ਥੈਂਕ ਯੂ। ਸੋ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਜਿਮਨੀ ਚੋਣ ਦੇ ਉੱਪਰ, ਖਾਸ ਤੌਰ ਤੇ ਕਾਂਗਰਸ ਦੀ ਹਾਲਾਤਾਂ ਦੇ ਉੱਪਰ ਖੁੱਲ੍ਹ ਕੇ ਵਿਚਾਰ ਰੱਖੇ ਨੇਗੇ, ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਜਿੰਨੇ ਵੀ ਫੋਲੋਅਰਸ ਨੇ, ਸਾਡੇ ਜੋ ਚੈਨਲ ਨੂੰ ਵਾਚ ਕਰਦੇ ਨੇ, ਵੀ ਆਖਰ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕਾਂਗਰਸ ਦੇ ਵਿੱਚ। ਆਮ ਆਦਮੀ ਪਾਰਟੀ ਲਗਾਤਾਰ, ਗੱਲ ਸੀਐਮ ਸਾਹਿਬ ਦੀ ਕਰੀਏ ਭਗਵੰਤ ਸਿੰਘ ਮਾਨ, ਜਾਂ ਫਿਰ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ, ਲਗਾਤਾਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦੂਜੀਆਂ ਪਾਰਟੀਆਂ ਵਿੱਚ ਸੇਂਧਮਾਰੀ ਕਰ ਰਹੇ ਨੇ। ਲਗਾਤਾਰ ਵੱਡੇ ਲੀਡਰਾਂ ਨੂੰ ਪੁੱਟ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ, ਕਿਉਂਕਿ ਸਵਾਲ ਮੁੱਛ ਦਾ ਬਣਿਆ ਹੋਇਆ। ਸੰਗਰੂਰ ਜਿਮਨੀ ਚੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਫੂਕ ਕੇ ਕਦਮ ਧਰਦੀ ਹੋਈ ਨਜ਼ਰ ਆ ਰਹੀ ਹੈ, ਲੇਕਿਨ ਉੱਥੇ ਹੀ ਪੰਜਾਬ ਕਾਂਗਰਸ ਦੇ ਵਿੱਚ ਭੁਚਾਲ ਵਰਗੀ ਸਥਿਤੀ ਬਣੀ ਹੋਈ ਹੈ। ਦੋ ਵੱਡੇ ਲੀਡਰ, ਜਿਵੇਂ ਗੱਲ ਕਰਕੇ ਨੇ ਸੁਖਵਿੰਦਰ ਸਿੰਘ ਸਿੱਧੂ, ਦੋ ਵੱਡੇ ਲੀਡਰ, ਉਹਨਾਂ ਨੂੰ ਦਰਕਿਨਾਰ ਕਰਕੇ ਕਮਾਨ ਜੋ ਹੈ ਸਿਰਫ 4 ਜਾਂ 5 ਹੱਥਾਂ ਦੇ ਵਿੱਚ ਜਿੱਤੀ ਗਈ ਹੈਗੀ। ਹਾਈ ਕਮਾਨ ਵੀ ਇਸ ਮਾਮਲੇ ਦੇ ਵਿੱਚ ਜਾਂ ਤਾਂ ਲਾਚਾਰ ਹੈ ਜਾਂ ਫਿਰ ਉਹ ਇਸ ਪੂਰੇ ਹਾਲਾਤਾਂ ਨੂੰ ਸੀਰੀਅਸ ਨਹੀਂ ਲੈ ਰਹੀ। ਜਿਸ ਤਰੀਕੇ ਦੇ ਨਾਲ ਹਾਲਾਤ ਪੰਜਾਬ ਕਾਂਗਰਸ ਦੇ ਵਿੱਚ ਬਣੇ ਹੋਏ ਨੇ, ਇੱਕਜੁੱਟਤਾ ਦੀ ਕਮੀ, ਵੱਡੀ ਕਮੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਵਿੱਚੋਂ ਲਗਾਤਾਰ ਪਲਾਇਨ ਹੁੰਦਾ ਜਾ ਰਿਹਾ ਲੀਡਰਾਂ ਦਾ। ਉਸ ਦੇ ਮੱਦੇਨਜ਼ਰ ਜੋ ਜਿਮਨੀ ਚੋਣ ਹੈ, ਟੇਢੀ ਖੀਰ ਸਾਬਤ ਹੋ ਸਕਦੀ ਹੈ ਪੰਜਾਬ ਕਾਂਗਰਸ ਦੇ ਲਈ। ਦਿਨ ਜ਼ਿਆਦਾ ਨਹੀਂ ਰਹਿ ਗਏ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਆਖਰ ਪਾਰਟੀ ਇੱਕਜੁੱਟ ਹੁੰਦੀ ਹੈ, ਸਾਰੇ ਲੀਡਰ ਇਕੱਠਾ ਹੋ ਕੇ ਹੰਬਲਾ ਮਾਰਦੇ ਨੇ। ਭਾਵੇਂ ਆਪਣੇ ਤੌਰ ਤੇ ਹਰ ਇੱਕ ਲੀਡਰ ਜਲੰਧਰ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈਗਾ ਜਿਮਨੀ ਚੋਣ ਦੇ ਵਿੱਚ, ਲੇਕਿਨ ਕੀ ਸਾਰੇ ਇੱਕ ਮੰਚ ਉੱਪਰ ਇਕੱਠਾ ਹੋਣਗੇ, ਕਿ ਕਾਂਗਰਸ ਦੇ ਲਈ ਫਾਈਟ ਕਰਦੇ ਹੋਏ ਨਜ਼ਰ ਆਉਣਗੇ, ਕਿ ਜਿਮਨੀ ਚੋਣ ਜਿੱਤਣ ਦੇ ਲਈ ਸੱਚਮੁੱਚ ਕਾਂਗਰਸ ਹੰਬਲਾ ਮਾਰੇਗੀ? ਇਹ ਸਭ ਜਾਣਨ ਦੇ ਲਈ ਤੁਸੀਂ ਬਣੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ।